ਹੁਣ ਤਾਂ ਭੁੱਖੇ ਮਰਨ ਵਾਲਾ ਕੰਮ ਹੋ ਗਿਆ। ਜਿਹੜੇ ਪੈਸੇ ਪਹਿਲਾਂ ਕੈ ਸੀਗੇ ਉਹੀ ਖਾ ਰਹੇ ਆ, ਕੰਮ ਕਰਦਾ ਹੈ ਹੀ ਨਹੀਂ ਬਿਲਕੁਲ। ਹੁਣ ਦੇਖੋ ਇੱਕ ਵਿਆਹ ਸ਼ਾਦੀ ਹੈ ਨਹੀਂ ਆ, ਇੱਕ ਕੈਟਰਿੰਗ ਦਾ ਕੰਮ ਹੈ ਨਹੀਂ ਬਿਲਕੁਲ ਹੀ, ਤੇ ਉਹਦੇ ਕਰਕੇ ਬਹੁਤ ਫਰਕ ਪਿਆ। मतलब कोरोना करके तो बड़ा ही काम खराब होया पिया। कस्टमर इस टाइम डरदा है घरों बाहर निकलते हुए कि कोरोना के कारण कित्थे जाइए किद्दां नहीं जाइए। देख लीए तकरीबन 90% काम खत्म हो चुका। घर के खर्चे तो असीं की चलाने आ, अपनियां दुकानां दे नहीं खर्चे पूरे हो रहे। ਹੁਣ ਸਵੇਰੇ 8-9 ਵਜੇ ਸ਼ੁਰੂ ਹੋ ਜਾਂਦਾ, ਸਵੇਰੇ 1-2 ਵਜੇ ਤੱਕ ਕੰਮ ਹੁੰਦਾ ਸਾਰਾ। ਉਸ ਤੋਂ ਬਾਅਦ ਵਿਹਲੇ ਬੈਠੇ ਹੋਏ। 4-5 लाख रुपए का माल है, 200-300 की बिक्री में क्या कमा लेंगे हम उसमें। ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰਾਂ ਨੇ ਇਹਨਾਂ ਨਾਲ ਧਿਆਨ ਨਾ ਦਿੱਤਾ ਤੇ ਇਹ ਵੀ ਉੱਜੜ ਜਾਣਗੇ। ਕੰਮ ਕਰ ਰਹੇ ਨਹੀਂ, ਬਿਮਾਰ ਹੋਏ ਆ। ਪਹਿਲੇ ਨਾਲੋਂ ਕੰਮ ਬਹੁਤ ਜ਼ਿਆਦਾ ਡਾਊਨ ਆ ਤੇ ਨਾ ਗਾਹਕ बढ़ਦਾ ਨਾ ਆਂਦਾ ਕੋਈ। ਇੱਕ ਰੇੜੀ ਵਰਕਰ ਹੈਗਾ, ਜੇ ਇਹਨੂੰ ਸ਼ਾਮ ਨੂੰ 300-400 ਰੁਪਇਆ ਵੀ ਨਹੀਂ ਬਣੇਗਾ ਤੇ ਆਪਣੇ ਬੱਚੇ ਕਿੱਥੋਂ ਪਾਲੇਗਾ। ਸਰਕਾਰ ਤੇ ਇਹਦੇ ਲਈ ਕੋਈ ਕਰਨ ਨੂੰ ਤਿਆਰ ਹੀ ਨਹੀਂ ਹੈ। ਸਰਕਾਰ ਜਦ ਪੁੱਛੋ ਖਜ਼ਾਨਾ ਖਾਲੀ, ਜਦ ਪੁੱਛੋ ਖਜ਼ਾਨਾ ਖਾਲੀ। नमस्कार, सांझ टीवी देख रहे सारे दर्शकों का स्वागत है। मैं स्नैना। जिवें कि कोरोना वायरस ने हर एक वर्ग का लक तोड़ के रख दिता ते वर्ग हर एक जिहड़ा वर्ग सड़कों ते उतर के जिहड़ा कि सरकार तो यही मांग करदा कि साडे रोजगार भी खोले जावे ते किते ना किते सरकार ने भी जिहड़ा ढिल दित्ती है। कई दुकानां नूं जिहड़ा कि ऑर्डर दे दित्ते आ दुकानां खोलण दे, ते इसी बाबत आपां दुकानदारां नाल गलबात करांगे कि उन्हां दा कोरोना दे कारण उन्हां दी दुकानदारी ते किन्ना कुछ असर पिया। ते आओ आपां गलबात करदे हां दुकानदारां दे नाल। जिवें कि अंकल जी तुहानूं पता है कि कोरोना कारण जिहड़ा कि आर्थिक संकट दा लोकां नूं काफ़ी सामना करना पै ਰਿਹਾ ਤੇ ਤੁਹਾਡਾ ਕੀ ਮਤਲਬ कोरोना ਕਾਰਨ ਤੁਹਾਡੀ ਦੁਕਾਨਦਾਰੀ ਤੇ ਕਿੰਨਾ ਕੁ ਅਸਰ ਪਿਆ ਹੈ? ਬਹੁਤ ਜ਼ਿਆਦਾ ਫਰਕ ਪਿਆ। ਕੰਮਕਾਰ ਬੰਦ ਹੋਏ ਬਿਲਕੁਲ, ਮੁੜ ਕੇ ਸਾਡਾ ਤਾਂ ਵੈਸੇ ਹੀ ਕੰਮਕਾਰ ਬੰਦ ਆ। ਫੋਟੋਗ੍ਰਾਫੀ ਆ ਟੋਟਲੀ ਬੰਦ ਆ। 15-20 ਦੇ ਬਾਅਦ ਬੰਦੇ ਜਾਂਦੇ ਸੀ, ਤੇ ਇਸ ਕਰਕੇ ਬੁਕਿੰਗ ਨਹੀਂ ਕਰਦਾ ਕੋਈ। ਇਹ ਕਸਟਮਰ ਦੀ ਕਿੰਨੀ ਐਵਰੇਜ ਹੁੰਦੀ ਜਿੱਦਾਂ ਕੋਰੋਨਾ ਤੋਂ ਪਹਿਲਾਂ ਕਿੰਨੇ ਕਸਟਮਰ ਆ ਜਾਂਦੇ ਸੀ ਤੇ ਹੁਣ ਮਤਲਬ ਕਸਟਮਰ ਦੇ ਵਿੱਚ ਕੀ ਹਿਸਾਬ ਕਿਤਾਬ ਆ? ਪਹਿਲਾਂ 25 ਦੀ ਗਾਹਕ ਆਏ ਸੀ, ਹੁਣ ਤਾਂ ਇੱਕ ਦੋ ਹੀ ਆਉਂਦੇ ਆ ਸਿਰਫ। ਹੁਣ ਤਾਂ ਭੁੱਖੇ ਮਰਨ ਵਾਲਾ ਕੰਮ ਹੋ ਗਿਆ। ਜਿਹੜੇ ਪੈਸੇ ਪਹਿਲਾਂ ਕੈ ਸੀਗੇ ਉਹੀ ਖਾ ਰਹੇ ਆ, ਕੰਮ ਕਰਦਾ ਹੈ ਹੀ ਨਹੀਂ ਬਿਲਕੁਲ। ਮਤਲਬ ਤੁਹਾਡਾ ਕਹਿਣਾ ਹੈ ਕਿ ਜਿੱਥੇ ਦੁਕਾਨਾਂ ਦੇ ਵਿੱਚ ਰੌਣਕਾਂ ਲੱਗੀਆਂ ਹੁੰਦੀਆਂ ਸੀ ਹੁਣ ਜਿਹੜੀ ਕਿ ਉਹੀ ਦੁਕਾਨਾਂ ਦੇ ਉੱਤੇ ਜਿਹੜੀ ਕਿ ਸੁੰਨ ਪਸਰੀ ਹੋਈ ਹੈ। ਤੇ ਹੋਰ ਮਤਲਬ ਕਿ ਰੋਟੀ ਪਾਣੀ ਦਾ ਕਿਵੇਂ ਤੁਹਾਡਾ ਚੱਲਦਾ, ਜਿਵੇਂ ਕਿ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਘਰ ਦਾ ਤੇਰਾ ਤੋਰਾ ਕਿਵੇਂ ਚੱਲਦਾ? ਰੋਟੀ ਬਣੀ ਟਾਈਮ ਪਾਸ ਕਰਨ ਵਾਲਾ ਕੰਮ ਆ। ਉੱਦਾਂ ਘਰ ਦਾ ਜੋ ਹੈਗਾ ਖਾਈ ਜਾਂਦੇ ਮਾੜਾ ਮੋਟਾ। ਵੈਸੇ ਉੱਦਾਂ ਮਜਬੂਰੀ ਆ, ਗੌਰਮੈਂਟ ਨੂੰ ਚਾਹੀਦਾ ਧਿਆਨ ਦੇਣਾ ਵੀ ਵੱਧ ਤੋਂ ਵੱਧ ਇਹਨਾਂ ਨੂੰ ਦੇਣ ਸਹਾਇਤਾ, ਫਿਰ ਟਾਈਮ ਪਾਸ ਹੋ ਸਕਦਾ। ਇਹਦਾ ਭੁੱਖੇ ਮਰਨ ਵਾਲੇ ਕੰਮ। ਸਰ ਜਿਵੇਂ ਕਿ ਕੋਰੋਨਾ ਮਹਾਮਾਰੀ ਨੇ ਹਰ ਇੱਕ ਜਿਹੜਾ ਕਿ ਵਰਗ ਨੂੰ ਉਹ ਕੀਤਾ ਹੈ, ਪ੍ਰਭਾਵਿਤ ਕੀਤਾ ਹੈ, ਤੁਹਾਡੀ ਦੁਕਾਨਦਾਰੀ ਤੇ ਕੋਰੋਨਾ ਨਾਲ ਕਿੰਨਾ ਕੁ ਅਸਰ ਪਿਆ? ਅਸਰ ਤਾਂ ਸਾਡੇ ਦੁਕਾਨਦਾਰੀ ਤੇ ਬਹੁਤ ਪਿਆ ਵੈਸੇ ਤਾਂ। ਹੁਣ ਦੇਖੋ ਇੱਕ ਵਿਆਹ ਸ਼ਾਦੀ ਹੈ ਨਹੀਂ ਆ, ਇੱਕ ਕੈਟਰਿੰਗ ਦਾ ਕੰਮ ਹੈ ਨਹੀਂ ਬਿਲਕੁਲ ਹੀ, ਤੇ ਉਹਦੇ ਕਰਕੇ ਬਹੁਤ ਫਰਕ ਪਿਆ। ਨੀਅਰ ਅਬਾਊਟ 50% ਫਰਕ ਪੈ ਗਿਆ ਇਹਦੇ ਕੰਮ। ਹੁਣ ਬਿਲਕੁਲ ਵਿਆਹ ਸ਼ਾਦੀ ਨਾਲ ਬਹੁਤ ਫਰਕ ਪਿਆ। ਵਿਆਹ ਸ਼ਾਦੀ ਨਾਲ ਸਾਵੇਂ ਪਨੀਰ 10-20 ਕਿਲੋ ਚੱਲਦਾ ਸੀ, ਹੁਣ ਸਾਵੇਂ 1 ਕਿਲੋ ਘਰ ਦੇ ਟੇਸਟ ਲਈ ਲੈ ਕੇ ਜਾਂਦੇ। ਸਾਰਾ ਜੋ ਵੀ ਮਠਾਈ ਲੈ ਕੇ ਜਾਂਦੇ, ਪਾਈਆ ਲੈ ਕੇ ਜਾਂਦੇ ਆ। ਸਾਵੇਂ ਕਿਲੋ ਡੱਬੇ ਆਪਣੇ ਲੈ ਕੇ ਜਾਂਦੇ ਸੀ ਉਹ, ਸਾਵੇਂ ਹੁਣ ਟੇਸਟ ਲਈ ਲੈ ਕੇ ਜਾਂਦੇ ਇੱਕ ਮਠਾਈ। ਜਿਵੇਂ ਕਿ ਸਰ ਤੁਹਾਡੇ ਨਾਲ ਦੁਕਾਨਦਾਰ ਦੇ ਨਾਲ ਹੋਰ ਵੀ ਛੋਟੇ ਛੋਟੇ ਜਿਹੜੇ ਕਾਰੋਬਾਰੀ ਜੁੜੇ ਆ ਉਹਨਾਂ ਤੇ ਕਿੰਨਾ ਕੁ ਅਸਰ ਪਿਆ? ਕਈ ਦੁਕਾਨਦਾਰਾਂ ਨੇ ਤਾਂ ਕਰੋਨਾ ਕਰਕੇ ਇੰਨੀ ਉਹਨਾਂ ਨੂੰ ਤੰਗੀ ਆ ਗਈ, ਉਹਨਾਂ ਨੇ ਆਪਣੀ ਦੁਕਾਨ ਤੋਂ ਬਾਹਰ ਹੀ ਕੱਢਤੇ ਕਾਰੋਬਾਰੀ। ਕਿ ਤੁਸੀਂ ਵੀ ਇਦਾਂ ਕੀਤਾ ਕਿ ਕਾਰੋਬਾਰੀਆਂ ਨੂੰ ਜਿਹੜਾ ਕਿ ਜਵਾਬ ਦੇਣਾ ਪਿਆ ਇਸ ਸੰਕਟ ਦੇ ਵਿੱਚ? ਦਰਅਸਲ ਹੁਣ ਲੇਬਰ ਅੱਜ ਕੱਲ੍ਹ ਪਹਿਲੇ ਸਾਡੇ ਕੋਲ 20-25 ਬੰਦੇ ਹੁੰਦੇ ਸੀ, ਹੁਣ ਅੱਜ ਕੱਲ੍ਹ 10 ਬੰਦੇ ਨਾਲ ਸਾਡਾ ਕੰਮ ਹੋ ਰਿਹਾ ਬਿਲਕੁਲ। ਉਹ ਵੀ ਵਿਹਲੇ ਬੈਠੇ ਹੋਏ ਆ, ਇੰਨਾ ਕੰਮ ਵੀ ਹੈ ਨਹੀਂ ਉਹ ਬਿਲਕੁਲ। ਹੁਣ ਸਵੇਰੇ 8-9 ਵਜੇ ਸ਼ੁਰੂ ਹੋ ਜਾਂਦਾ, ਸਵੇਰੇ 1-2 ਵਜੇ ਤੱਕ ਕੰਮ ਹੁੰਦਾ ਸਾਰਾ। ਉਸ ਤੋਂ ਬਾਅਦ ਵਿਹਲੇ ਬੈਠੇ ਹੋਏ, ਸਾਰੀ ਲੇਬਰ ਵਿਹਲੀ ਬੈਠੀ ਹੋਈ ਹੈ। ਤਨਖਾਹ ਪੂਰੀ ਦੇਣੀ ਪੈ ਰਹੀ ਹੈ ਉਹਨਾਂ ਨੂੰ। ਹੁਣ ਬੰਦੇ ਵੀ ਹੁਣ ਕੰਮ ਲਈ ਬਹੁਤ ਪੁੱਛ ਰਹੇ ਆ, ਜਿਹੜੇ ਵਿਹਲੇ ਬੈਠੇ ਆ। ਹੁਣ ਕੰਮ ਹੈ ਨਹੀਂ, ਹੁਣ ਕੰਮ ਕਿੱਥੋਂ ਦੇਈਏ ਉਹਨਾਂ ਨੂੰ? ਬਹੁਤ ਇਸ ਵੇਲੇ ਬਹੁਤ ਲੇਬਰ ਦਾ ਇੰਨਾ ਮਾੜਾ ਹਾਲ ਹੋਇਆ ਪਿਆ। ਸਾਡਾ ਤਾਂ ਮਾੜਾ ਹਾਲ ਹੋਇਆ, ਲੇਬਰ ਦਾ ਬਹੁਤ ਮਾੜਾ ਹਾਲ ਹੋਇਆ। ਤੇ ਤੁਸੀਂ ਕਿਹੋ ਜਿਹੀ ਪਾਲਿਸੀ ਦੀ ਮੰਗ ਕਰਦੇ ਕਿ ਸਰਕਾਰ ਜਿਹੜਾ ਕਿ ਇਮੀਡੀਏਟਲੀ ਉਹ ਪਾਲਿਸੀ ਨੂੰ ਲਾਗੂ ਕਰ ਦੇਵੇ ਜਿੰਨਾ ਤੁਹਾਡਾ ਵੀ ਮੁਨਾਫਾ ਹੋ ਸਕੇ? ਪਾਲਿਸੀ ਸਰਕਾਰ ਹੁਣ ਵੈਸੇ
ਕੀ ਕਰੇ ਹੁਣ ਸਰਕਾਰ ਆਪਣੇ ਉਹਨਾਂ ਦੇ ਹੱਥ ਖੜੇ ਹੋਏ ਆ ਹੈ। ਹੁਣ ਸਾਡੇ ਤਾਂ ਹੁਣ ਹੱਥ ਖੜੇ ਆ, ਬਿਮਾਰੀ ਇੱਦਾਂ ਦੀ ਹੋਈ ਹੈ ਹੁਣ ਸਾਰੇ ਲਈ ਇੱਕੋ ਹੀ ਆ, ਬਰਾਬਰ ਹੈ। ਤੇ ਆਖਰ ਦੇ ਵਿੱਚ ਕੀ ਅਪੀਲ ਕਰਨਾ ਚਾਹੁੰਦੇ? ਅਸੀਂ ਤਾਂ ਇਹ ਕਹਿੰਦੇ ਵੀ ਜਲਦੀ ਤੋਂ ਜਲਦੀ ਇਹ ਬਿਮਾਰੀ ਠੀਕ ਹੋਵੇ ਤੇ ਲੋਕਾਂ ਨੂੰ ਕੰਮ ਮਿਲੇ। ਲੋਕਾਂ ਲੇਬਰ ਦੇ ਹੁਣ ਜਿੰਨੇ ਵੀ ਲੇਬਰ ਤੇ ਬੈਠੇ ਆ, ਵਿਹਲੇ ਬੈਠੇ ਆ, ਸਾਰਿਆਂ ਨੂੰ ਕੰਮ ਮਿਲੇ। ਤੁਹਾਨੂੰ ਕਰੋਨਾ ਨਾਲ ਕਿਹੜੀਆਂ ਜਿਹੜੇ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਮਤਲਬ ਪਹਿਲਾਂ ਜਿੱਦਾਂ ਕਸਟਮਰ ਬੜੇ ਤਾਂਤਾ ਲੱਗਿਆ ਹੁੰਦਾ ਸੀ ਦੁਕਾਨਾਂ ਦਾ, ਤੇ ਹੁਣ ਕਰੋਨਾ ਕਾਰਨ ਦੁਕਾਨਾਂ ਦਾ ਕੀ ਜਿਹੜਾ ਕਿ ਹਲਚਲ ਆ ਦੁਕਾਨਾਂ ਤੇ ਪਹਿਲਾਂ ਵਾਂਗ ਕਸਟਮਰ ਆਉਂਦੇ ਆ ਕਿ ਨਹੀਂ ਆਉਂਦੇ? ਕਸਟਮਰ ਦਾ ਤੁਸੀਂ ਦੇਖ ਸਕਦੇ ਆ ਬੜਾ ਮਤਲਬ ਇਸ ਟਾਈਮ ਕਰੋਨਾ ਦੇ ਕਾਲ ਦੇ ਵਿੱਚ ਇੰਨਾ ਕੰਮ ਦਾ ਖਰਾਬ ਹੋ ਚੁੱਕਾ ਆ ਕਿ ਸਾਰਾ ਦਿਨ ਅਸੀਂ ਬੈਠੇ ਹੁੰਦੇ, ਕਸਟਮਰ ਗਿਣਤੀ ਦੇ 5-10 ਪੂਰੇ ਦਿਨ ਦੇ ਵਿੱਚ ਆਉਂਦੇ ਆ। ਜਿਸ ਤਰ੍ਹਾਂ ਪਹਿਲਾਂ ਤਾਂ ਟਾਈਮ ਹੀ ਨਹੀਂ ਬੰਦੇ ਤੋਂ ਹੁੰਦਾ ਸੀਗਾ ਕਿ ਦੁਕਾਨ ਛੱਡ ਕੇ, ਅੱਜ ਦਾ ਮਤਲਬ ਕਰੋਨਾ ਕਰਕੇ ਤਾਂ ਬੜਾ ਹੀ ਕੰਮ ਖਰਾਬ ਹੋਇਆ ਪਿਆ ਤੇ ਇਹੀ ਹਾਲ ਹੈ। ਤੇ ਜਿਵੇਂ ਕਿ ਪਹਿਲਾਂ ਲੋਕਡਾਊਨ ਲੱਗਾ ਸੀ, ਸੈਟਰਡੇ ਸੰਡੇ ਦੁਕਾਨਾਂ ਬੰਦ ਰਹਿੰਦੀਆਂ ਸੀ, ਉਸ ਦੌਰਾਨ ਤੁਹਾਨੂੰ ਕਿੰਨੀ ਤੰਗੀ ਦਾ ਸਾਹਮਣਾ ਕਰਨਾ ਪਿਆ ਕਿ ਨਹੀਂ? ਤੰਗੀ ਤਾਂ ਜੀ ਸ਼ੁਰੂ ਤੋਂ ਹੋ ਹੀ ਰਹੀ ਸੀਗੀ, ਸਾਨੂੰ ਟਾਈਮਿੰਗ ਦੇ ਕਰਕੇ ਬਹੁਤ ਤੰਗੀ ਸੀਗੀ। ਜੋ 6:30 ਵਜੇ ਤੱਕ ਦੁਕਾਨ ਦਾ ਟਾਈਮ ਸੀਗਾ, ਕਿਉਂਕਿ ਕਸਟਮਰ ਨਿਕਲਦੇ ਹੀ ਅੱਜ ਕੱਲ੍ਹ 6:30 ਵਜੇ ਤੋਂ ਬਾਅਦ ਸੀਗਾ ਗਰਮੀਆਂ ਦਾ ਟਾਈਮ ਕਰਕੇ। ਤੇ ਚਲੋ ਅਸੀਂ ਗਵਰਨਮੈਂਟ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਟਾਈਮ ਵਧਾਇਆ ਤੇ ਉਸ ਤੋਂ ਬਾਅਦ ਸਾਨੂੰ ਸੈਟਰਡੇ ਦਾ ਵੀ ਟਾਈਮ ਮਿਲਿਆ ਦੁਕਾਨਾਂ ਦੇ। ਬਟ ਫਿਰ ਵੀ ਸਾਨੂੰ ਇੰਨਾ ਫਰਕ ਨਹੀਂ ਪਿਆ ਉਸ ਨਾਲ ਕਿ ਕਸਟਮਰ ਆਪਾਂ ਕਹਿ ਦਈਏ ਕਿ ਵੱਧ ਗਏ। ਕਸਟਮਰ ਇਸ ਟਾਈਮ ਡਰਦਾ ਹੈ ਘਰੋਂ ਬਾਹਰ ਨਿਕਲਦੇ ਹੋਏ ਕਿ ਕਰੋਨਾ ਦੇ ਕਾਰਨ ਕਿੱਥੇ ਜਾਈਏ ਕਿੱਦਾਂ ਨਹੀਂ ਜਾਈਏ, ਉਸ ਕਰਕੇ। ਤੇ ਲਾਸਟ ਦੇ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਸਰਕਾਰ ਨੂੰ? ਮੈਂ ਅਪੀਲ ਇਹੀ ਕਰਦਾ ਕਿ ਜਿਸ ਤਰ੍ਹਾਂ ਸਾਰੇ ਵਪਾਰੀਆਂ ਦਾ ਵੀ ਗਵਰਨਮੈਂਟ ਵੱਲੋਂ ਥੋੜ੍ਹਾ ਧਿਆਨ ਦਿੱਤਾ ਜਾਵੇ ਕਿ ਸਾਨੂੰ ਜਿਹੜੀ ਕਰੋਨਾ ਦੇ ਕਾਲ ਦੇ ਵਿੱਚ ਜਿਹੜੀ ਤੰਗੀ ਆਈ ਆ ਉਹਦੀ ਕੀ ਭਰਪਾਈ ਕਰ ਸਕੀਏ। ਤੁਹਾਨੂੰ ਪਤਾ ਹੀ ਹੈ ਜਿੱਦਾਂ ਸਾਰੇ ਕਰੋਨਾ ਦੇ ਕਾਲ ਵਿੱਚ ਕਸਟਮਰ ਤਾਂ ਇੰਨੀ ਕਮਾਈ ਰਹੀ ਨਹੀਂ ਤੇ ਸਾਨੂੰ ਟੈਕਸ ਵੀ ਪੂਰਾ ਜਾ ਰਿਹਾ ਆ, ਸਾਡਾ ਬਿੱਲ ਵੀ ਪੂਰੇ ਜਾ ਰਹੇ ਆ ਤੇ ਸਾਨੂੰ ਹੋਰ ਵੀ ਕਈ ਤੰਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਰੋਨਾ ਨੇ ਆਪਣੇ ਪੈਰ ਬੜੇ ਤੇਜ਼ੀ ਨਾਲ ਪਸਾਰੇ, ਹਰ ਇੱਕ ਵਰਗ ਜਿਹੜਾ ਕਿ ਇੰਨਾ ਪ੍ਰਭਾਵਿਤ ਆ, ਤੁਹਾਡੇ ਕੰਮਕਾਜ ਤੇ ਕਰੋਨਾ ਦਾ ਕਿੰਨਾ ਕੁ ਅਸਰ ਪਿਆ? ਮੈਮ ਪਹਿਲਾਂ ਜਿਸ ਤਰ੍ਹਾਂ ਕੰਮਕਾਰ ਹੁੰਦਾ ਸੀ, ਕਸਟਮਰ ਆਉਂਦੇ ਸੀ, ਉਹਨਾਂ ਨੂੰ ਕਿਸੇ ਗੱਲ ਦਾ ਕੋਈ ਡਰ ਨਹੀਂ ਸੀ ਹੁੰਦਾ, ਪਰ ਹੁਣ ਅੱਜ ਕੱਲ੍ਹ ਕਸਟਮਰ ਬਾਹਰ ਨਿਕਲਦਾ ਹੀ ਬਹੁਤ ਡਰਦਾ ਪਿਆ ਆ, ਕੋਈ ਨਹੀਂ ਆਉਂਦਾ। ਤਕਰੀਬਨ ਜੇ ਆਪਾਂ ਦੇਖ ਲਈਏ ਤਕਰੀਬਨ 90% ਕੰਮ ਖਤਮ ਹੋ ਚੁੱਕਾ, ਕੋਈ 10% ਹੀ ਕਸਟਮਰ ਆਉਂਦੇ ਪਏ ਆ। ਉਹਦੇ ਨਾਲ ਦੁਕਾਨਾਂ ਦੇ ਖਰਚੇ ਨਹੀਂ ਪੂਰੇ ਹੋ ਰਹੇ ਜੀ, ਘਰ ਦੇ ਖਰਚੇ ਤਾਂ ਅਸੀਂ ਕੀ ਚਲਾਉਣੇ ਆ, ਆਪਣੀਆਂ ਦੁਕਾਨਾਂ ਦੇ ਨਹੀਂ ਖਰਚੇ ਪੂਰੇ ਹੋ ਰਹੇ। ਹੁਣ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਮੈਂ ਇਕੱਲਾ ਹੀ ਬੈਠਾ ਇੱਥੇ, ਪਹਿਲਾਂ 2-3 ਮੇਰੇ ਨਾਲ ਅਸੀਂ ਵਰਕਰ ਰੱਖੇ ਹੁੰਦੇ ਸੀ ਜੋ ਕਿ ਹੁਣ ਕੰਮ ਨਾ ਹੋਣ ਦੀ ਵਜ੍ਹਾ ਦੇ ਨਾਲ ਅਸੀਂ ਉਹਨਾਂ ਨੂੰ ਵੀ ਸੈਲਰੀ ਨਹੀਂ ਦੇ ਸਕਦੇ, ਉਹ ਕਿੱਥੋਂ ਆਣਗੇ ਜਦ ਸਾਡੇ ਆਪਣੇ ਨਹੀਂ ਖਰਚੇ ਪੂਰੇ ਹੋ ਰਹੇ। ਇਸ ਕਰਕੇ ਬਹੁਤ ਪ੍ਰੋਬਲਮ ਆਈ ਹੋਈ ਉਹਨੇ। ਤੇ ਆਖਰ ਦੇ ਵਿੱਚ ਕੀ ਅਪੀਲ ਕਰਨਾ? ਅਸੀਂ ਗਵਰਨਮੈਂਟ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਕਿ ਇਹੋ ਜਿਹੇ ਮਹਾਮਾਰੀ ਦੇ ਵਿੱਚ ਜਿਨ੍ਹਾਂ ਦਾ ਸਾਡਾ ਰੋਜ਼ਗਾਰ ਜਿਨ੍ਹਾਂ ਦੇ ਖਤਮ ਹੋ ਚੁੱਕੇ ਨੇ, ਉਹਨਾਂ ਦਾ ਗਵਰਨਮੈਂਟ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਹੈ, ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ ਖਾਣ ਪੀਣ ਦਾ, ਜਿਨ੍ਹਾਂ ਦੇ ਬਹੁਤ ਮੁਸ਼ਕਲ ਹੋਈ ਪਈ ਹੈ। ਬਾਬੂ ਜੀ, ਜਿਵੇਂ ਕਿ ਕਰੋਨਾ ਦਾ ਬਹੁਤ ਪ੍ਰਕੋਪ ਜਿਹੜਾ ਕਿ ਲਗਾਤਾਰ ਜਾਰੀ ਹੈ, ਕਿਵੇਂ ਕਿ ਤੁਹਾਡੇ ਦੁਕਾਨਾਂ ਤੇ ਰੌਣਕਾਂ ਜਾਰੀ ਹੈ ਕਿ ਸੁੰਨ ਇੱਕ ਹਿਸਾਬ ਦੀ ਪਸਰੀ ਹੋਈ है? नहीं, बहुत बिल्कुल है नहीं। मैं तो माल लाना है 3-4 महीने हो गया, माल ही नहीं निकलता है। कोई भी 200-300 की बिक्री होती है, 4-5 लाख रुपए का माल है, 200-300 की बिक्री में क्या कमा लेंगे हम उसमें? ਤੇ ਬਿੱਲ ਵਗੈਰਾ ਦਾ, ਬਿਜਲੀ ਪਾਣੀ ਦਾ ਕਿਵੇਂ ਖਰਚਾ ਕੱਢਦੇ ਆ ਦੁਕਾਨਾਂ ਦਾ? नहीं है, वो तो है, मेरा लड़का है सर्विस करता है, उससे निकल जाता है। दुकान से तो कुछ नहीं चलेगा। ये तो हम बैठ कर ऐसे बेला, किसी दिन तो बहानी भी नहीं होती है। बहुत बुरा हाल है मार्केट का, किसी का भी नहीं चलता है। ਜਿਵੇਂ ਕਿ ਸਰਕਾਰਾਂ ਵੱਲੋਂ ਪਾਲਿਸੀ ਗਾਈਡਲਾਈਨਸ ਜਾਰੀ ਕੀਤੀਆਂ ਜਾਂਦੀਆਂ ਹਰ ਨਵੇਂ ਦਿਨ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕਿ ਲੋਕ ਆ, ਜਿਹੜੀ ਕਿ ਪਾਲਿਸੀ ਤਿਆਰ ਕੀਤੀਆਂ ਜਾਂਦੀਆਂ ਦੁਕਾਨਦਾਰਾਂ ਲਈ, ਜਿਹੜਾ ਕਿ ਲੋਕ ਇਹਨਾਂ ਤੋਂ ਜਾਣੂ ਹੀ ਨਹੀਂ ਹੁੰਦੇ, ਇਸ ਬਾਰੇ ਕੀ ਕਹਿਣਾ ਚਾਹੁੰਦੇ? नहीं, लोग तो मतलब बंदे है नहीं कोई, सारे जो है आउट ऑफ स्टेट का जितने भी आदमी थे ना वो सब चले गए हैं। मजदूर कोई है नहीं। अब बात है कि मजदूर नहीं है तो वो होते हैं तो अपने बाल बच्चों के लिए ख़रीदारी करते हैं, चाहे यहाँ खाते हैं। जब वो बंदे ही नहीं है तो कहाँ से चलेगा? रौनक ही नहीं है मार्केट में बिल्कुल। ਕੀ ਮੰਗ ਕਰਨਾ ਚਾਹੁੰਦੇ ਆ ਕਿ ਤੁਹਾਨੂੰ ਜਿਹੜੀ ਕਿ ਰਾਹਤ ਮਿਲ ਸਕੇ? ऐसे की करेंगे, मांग की करना है, ये तो जैसा है वैसा चलेगा, धीरे धीरे अपने आप आ जाएंगे। अभी 5-6 महीने से तो कम लगेगा ही नहीं तकरीबन। जब बंदे आ जाएंगे वापस ना तभी चलेगा, ऐसे नहीं चलेगा। जब माल निकलेगा तभी ना कोई लाएगा, माल निकलेगा नहीं तो लेबर रख कर क्या करेंगे हम?
कोई भी हो, उसका खर्चा कहाँ से आएगा, चक्कर ही पड़ जाता है ना। ਜਿਵੇਂ ਕਿ ਕੋਵਿਡ ਦੇ ਦੌਰਾਨ ਸਾਰਿਆਂ ਦੇ ਕੰਮਕਾਜ ਠੱਪ ਹੋ ਚੁੱਕੇ ਆ, ਤੁਹਾਡੇ ਇਹਦੇ ਬਾਰੇ ਕੀ ਕਹਿਣਾ ਕਿ ਤੁਹਾਡੇ ਕੰਮਕਾਜ ਤੇ ਕੋਈ ਅਸਰ ਪਿਆ कि नहीं कोरोना ਦਾ? बहुत ज़्यादा असर पड़ा है कोरोना से। कोरोना महामारी से हम लोग बहुत काफ़ी प्रभावित हुए हैं, परेशान हो गए हैं। आजकल जीविका चलाना मुश्किल हो गई है। ਕੰਮ ਕੀ ਕਰਦੇ ਤੁਸੀਂ? हेयर ड्रेसर का ਤੇ ਮਤਲਬ ਪਹਿਲਾਂ ਤੁਹਾਡੀ ਸ਼ਾਪ ਦੇ ਉੱਤੇ ਜਿਹੜਾ ਕਿ ਕਰੋਨਾ ਤੋਂ ਪਹਿਲਾਂ ਬਹੁਤ ਸਾਰੇ ਕਸਟਮਰ ਆਉਂਦੇ ਹੋਣਗੇ, ਹੁਣ ਵੀ ਪਹਿਲਾਂ ਦੀ ਤਰ੍ਹਾਂ ਕਿ ਹੁਣ ਜਿਹੜੇ ਇੱਕਾ ਦੁੱਕਾ ਜਿਹੜੇ ਕਸਟਮਰ ਤੁਹਾਡੀ ਦੁਕਾਨ ਤੇ ਆਉਂਦੇ ਆ? ये पहले जैसे नहीं है, 25% ही रह गया है। पहले 100% काम था, अभी 25% ही काम रह गया है। किसी तरह से गुजारा हम लोग कर रहे हैं, यही बहुत है। ਕੀ ਮੰਗ ਆਖਰ ਦੇ ਵਿੱਚ ਕਰਨਾ ਚਾਹੁੰਦੇ ਹੋ? तो सरकार को ये सारी सब बीमारियों के विषय में सोचना चाहिए, इस चीज़ को व्यवस्था करना चाहिए, आम पब्लिक को ध्यान में रखना चाहिए, यही सब कर सकते हैं। ਸਰ ਤੁਹਾਨੂੰ ਕਰੋਨਾ ਮਹਾਮਾਰੀ ਕਾਰਨ ਕਿਹੜੀਆਂ-ਕਿਹੜੀਆਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ? ਸਾਨੂੰ ਕਰੋਨਾ ਮਹਾਮਾਰੀ ਦੇ ਵਿੱਚ ਕੰਮਕਾਰ ਰਹੇ ਨਹੀਂ, ਬਿਮਾਰ ਹੋਏ ਆ ਤੇ ਪਹਿਲੇ ਨਾਲੋਂ ਕੰਮ ਬਹੁਤ ਜ਼ਿਆਦਾ ਡਾਊਨ ਆ ਤੇ ਨਾ ਗਾਹਕ बढ़ਦਾ ਨਾ ਆਉਂਦਾ ਕੋਈ। ਮਤਲਬ ਤੁਹਾਡਾ ਕਹਿਣਾ ਹੈ ਕਿ ਪਹਿਲਾਂ ਜਿਹੜਾ ਕਿ ਗ੍ਰਾਹਕਾਂ ਦਾ ਤਾਂਤਾ ਲੱਗਾ ਹੋਇਆ ਸੀ, ਹੁਣ ਜਿਹੜੇ ਕਿ ਤੁਹਾਡੀ ਦੁਕਾਨਾਂ ਦੇ ਸੁੰਨ ਪਸਰ ਗਏ। ਹਾਂਜੀ ਹਾਂਜੀ, ਹੁਣ ਕੋਈ ਨਹੀਂ ਆਉਂਦਾ ਜੀ, ਜੇ ਪਹਿਲੇ ਵਰਗੇ ਕੰਮ ਰਹੇ ਹੀ ਨਹੀਂ ਹੈਗੇ। ਹੁਣ ਟਾਈਮ ਨਾਲ ਦੁਕਾਨਾਂ ਬੰਦ ਹੋ ਜਾਂਦੀਆਂ ਤੇ ਹੁਣ ਥੋੜੀ ਦੇਰ ਬੰਦ ਹੁੰਦੀਆਂ ਲੇਟ ਤੇ ਗਾਹਕ ਫਿਰ ਵੀ ਨਹੀਂ ਹੁੰਦਾ ਜੀ। ਸ਼ਾਮ ਨੂੰ 7 ਵਜੇ ਤੋਂ ਬਾਅਦ ਗਾਹਕ ਖਤਮ ਹੋ ਜਾਂਦਾ ਜੀ। ਜਿਵੇਂ ਕਿ ਹਰੇਕ ਦੁਕਾਨ ਦੇ ਜਿਹੜੇ ਕਿ ਪੱਕੇ ਕਸਟਮਰ ਹੁੰਦੇ ਆ, ਚਾਹੇ ਕੁਝ ਵੀ ਹੋਵੇ, ਉਹ ਦੁਕਾਨਾਂ ਤੇ ਆਉਂਦੇ ਜਿਹੜੀ ਦੁਕਾਨ ਦੇ ਉਹਨਾਂ ਦਾ ਟਰਸਟ ਬਣਿਆ ਰਹਿੰਦਾ ਹੈ। ਤੇ ਉਹਨਾਂ ਤੁਹਾਡੇ ਗ੍ਰਾਹਕਾਂ ਦਾ ਕੀ ਕਹਿਣਾ ਹੈ ਕਿ ਕਰੋਨਾ ਦੁੱਖੋਂ ਨਹੀਂ ਆਉਂਦੇ, ਕਰੋਨਾ ਦੇ ਡਰ ਕਾਰਨ ਨਹੀਂ ਆਉਂਦੇ, ਕਿ ਉਹਨਾਂ ਦੀ ਜੇਬ 'ਚ ਜਿਹੜਾ ਕਿ ਕਰੋਨਾ ਕਾਰਨ ਪੈਸਾ ਹੀ ਮੁੱਕ ਗਿਆ ਪੈਸਾ ਹੀ ਮੁੱਕ ਗਿਆ ਹੈਗਾ, ਪੈਸਾ ਹੀ ਹੈ ਨਹੀਂ ਕਿਸੇ ਕੋਲ ਜੀ। ਲੋਕੀ ਵਿਹਲੇ ਬਹੁਤ ਬੈਠੇ ਆ, ਕੰਮਕਾਰ ਹੈ ਹੀ ਨਹੀਂ ਕਿਸੇ ਦਾ ਵੀ। ਹਾਂਜੀ, ਮਤਲਬ ਤੁਸੀਂ ਕਹਿਣਾ ਚਾਹੁੰਦੇ ਕਿ ਹਰ ਵਰਗ ਨੂੰ ਜਿਹੜਾ ਕਿ ਕਰੋਨਾ ਮਹਾਮਾਰੀ ਨੇ ਬੇਰੋਜ਼ਗਾਰ ਕਰਕੇ ਰੱਖ ਦਿੱਤਾ ਹੈ। ਕਰੋਨਾ ਕਰਕੇ ਸਭ ਬੇਰੁਜ਼ਗਾਰ ਹੋ ਪਏ ਜੀ। ਸਰ ਕਰੋਨਾ ਕਾਲ ਦੇ ਨਾਲ ਤੁਹਾਡੇ ਤੇ ਤੁਹਾਡੀ ਦੁਕਾਨਦਾਰੀ ਤੇ ਕਿੰਨਾ ਕੁ ਅਸਰ ਪਿਆ ਤੇ ਗ੍ਰਾਹਕੀ ਤੇ ਕਿੰਨਾ ਕੁ ਅਸਰ ਪਿਆ? ਦੇਖੋ ਜੀ, ਨਾ ਤਾਂ ਗ੍ਰਾਹਕ ਰਿਹਾ ਤੇ ਦੁਕਾਨਦਾਰਾਂ ਕੋਲ ਤਾਂ ਜਿਹੜੇ 6 ਮਹੀਨੇ ਬਹਿ ਕੇ ਲਾਕਡਾਊਨ 'ਚ ਖਾਧਾ ਪੂੰਜੀ ਵੀ ਖਤਮ ਹੋ ਗਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰਾਂ ਨੇ ਇਹਨਾਂ ਨਾਲ ਧਿਆਨ ਨਾ ਦਿੱਤਾ ਤੇ ਇਹ ਵੀ ਉੱਜੜ ਜਾਣਗੇ। ਤੇ ਸਰਕਾਰਾਂ ਤਾਂ ਅੱਗੇ ਵੀ ਕੁਝ ਨਹੀਂ ਕਰਦੀਆਂ, ਤਾਂ ਗਾਂ ਅਸੀਂ ਆਸ ਕਰਦੇ ਹਾਂ ਵੀ ਜੇ ਸਰਕਾਰਾਂ ਕੁਝ ਕਰਨਗੀਆਂ ਤਾਂ ਸ਼ਾਇਦ ਸਾਡੇ ਲਈ ਕੁਝ ਵਸੇਵਾ ਬਣਿਆ ਰਹੇਗਾ, ਨਹੀਂ ਤਾਂ ਉੱਜੜਨ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ। ਪੰਜਾਬ ਦੇ ਵਿੱਚ ਜਦੋਂ ਅਸੀਂ ਸਾਡੇ ਬਜ਼ੁਰਗਾਂ ਨੇ ਅੱਤਵਾਦ ਦੇ ਦੌਰਾਨ, ਉਸ ਤੋਂ ਪਹਿਲੇ ਪਾਕਿਸਤਾਨ ਤੋਂ ਜਦੋਂ ਆਏ ਆ, ਉੱਜੜਦੇ ਹੀ ਰਹੇ ਆ। ਸਮਾਂ ਅੱਜ ਇਹੋ ਜਿਹਾ ਕਿ ਅੱਜ ਵੀ ਜੋ ਉੱਜੜ ਹੀ ਰਹੇ ਆ। ਸਾਡੇ ਕੋਲ ਲੇਬਰ ਜਿਹੜੀ ਕੰਮ ਕਰਦੀ ਸੀਗੀ ਉਹ ਵੀ ਨਹੀਂ ਰਹੀ, ਕਸਟਮਰ ਵੀ ਨਹੀਂ ਰਿਹਾ। ਜਦੋਂ ਲੋਕਾਂ ਕੋਲ ਪੈਸਾ ਨਹੀਂ ਹੋਏਗਾ ਤਾਂ ਲੋਕ ਕਿੱਥੋਂ ਕਮਾਉਣਗੇ ਤੇ ਕਿੱਥੋਂ ਖਾਣਗੇ? ਇੱਕ ਰੇਹੜੀ ਵਰਕਰ ਹੈਗਾ, ਜੇ ਇਹਨੂੰ ਸ਼ਾਮ ਨੂੰ 300-400 ਰੁਪਇਆ ਵੀ ਨਹੀਂ ਬਣੇਗਾ ਤੇ ਆਪਣੇ ਬੱਚੇ ਕਿੱਥੋਂ ਪਾਲੇਗਾ? ਸਰਕਾਰ ਤੇ ਇਹਦੇ ਲਈ ਕੋਈ ਕਰਨ ਨੂੰ ਤਿਆਰ ਹੀ ਨਹੀਂ ਹੈ। ਸਰਕਾਰ ਜਦ ਪੁੱਛੋ ਖਜ਼ਾਨਾ ਖਾਲੀ, ਜਦ ਪੁੱਛੋ ਖਜ਼ਾਨਾ ਖਾਲੀ। ਉਹ ਇੱਕ ਕੇਜਰੀਵਾਲ ਸਭ ਕੁਝ ਦੇ ਰਿਹਾ ਲੋਕਾਂ ਨੂੰ, ਪੰਜਾਬ ਸਰਕਾਰ ਕੀ ਦੇ ਰਹੀ ਕਿਸੇ ਨੂੰ? ਤੇ ਤੁਹਾਨੂੰ ਲੱਗਦਾ ਕਿ ਸਰਕਾਰਾਂ ਵੱਲੋਂ ਕਰੋਨਾ ਕਹਿ ਕੇ ਗੁੰਮਰਾਹ ਕਰਕੇ ਲੋਕਾਂ ਨੂੰ ਜਾਣਬੁੱਝ ਕੇ ਜਿਹੜਾ ਘਰਾਂ ਦੇ ਵਿੱਚ ਡੱਕਿਆ ਜਾ ਰਿਹਾ? ਹਾਂਜੀ, ਇਸ 'ਚ ਕੋਈ ਸ਼ੱਕ ਨਹੀਂ ਹੈਗਾ। ਕਰੋਨਾ ਠੀਕ ਹੈ, ਜੇ ਕਰੋਨਾ ਹੈਗਾ ਤਾਂ ਉਹਦਾ ਕੋਈ ਇਲਾਜ ਤਾਂ ਹੋਵੇ। ਜਦ ਆਮ ਲੋਕ ਤੁਰੇ ਫਿਰਦੇ ਆ, ਦੇਖੋ ਨਾ, ਇੱਥੇ ਸ਼ਾਮ ਨੂੰ ਤੁਸੀਂ 5 ਵਜੇ ਤੋਂ ਬਾਅਦ ਆ ਕੇ ਦੇਖੋ, ਰਸ਼ ਹੁੰਦਾ, ਆਵਾਜਾਈ ਵਿੱਚ ਲੋਕਾਂ ਨੂੰ ਵਿਘਨ ਪੈਂਦਾ। ਪਰ ਜੇ ਕਰੋਨਾ ਹੈਗਾ ਤਾਂ ਕਰੋਨਾ ਨੂੰ ਤੁਸੀਂ ਘਰ ਦਾ ਲੋਕਾਂ ਨੂੰ ਡੱਕ ਕੇ ਰੱਖਤਾ, ਲੇਕਿਨ ਉਹਨਾਂ ਦੀ ਸਹੂਲਤਾਂ ਵੀ ਤਾਂ ਪੂਰੀਆਂ ਕਰੋ। ਰੋਟੀ ਖਾਣ ਨੂੰ ਦਿਓ ਉਹਨਾਂ ਨੂੰ, ਤਾਂ ਕਿ ਲੋਕ ਬਾਹਰ ਨਾ ਨਿਕਲਣ, ਕਰੋਨਾ ਤੋਂ ਬਚਿਆ ਜਾਵੇ। ਜਦ ਤੁਸੀਂ ਦੇਣਾ ਹੀ ਕੁਛ ਨਹੀਂ ਤਾਂ ਲੋਕਾਂ ਨੇ ਬਾਹਰ ਧੱਕੇ ਖਾਣੇ ਆ, ਕਰੋਨਾ ਵਧਣਾ ਹੀ ਵਧਣਾ। ਜਿਵੇਂ ਮੋਦੀ ਨੇ ਕਿਹਾ ਸੀ ਕਿ ਅੱਛੇ ਦਿਨ ਆਏਂਗੇ, ਤਾਂ ਤੁਹਾਨੂੰ ਕੀ ਲੱਗਦਾ ਕਿ ਮੋਦੀ ਦੇ ਸਮੇਂ ਅੱਛੇ ਦਿਨ ਆ ਗਏ ਕਿ ਲੋਕਾਂ ਦੇ ਅੱਛੇ ਦਿਨ ਆਏ? ਨਹੀਂ ਜੀ, ਮੋਦੀ ਦੇ ਅੱਛੇ ਦਿਨ ਆਏ, ਲੋਕਾਂ ਦੇ ਤਾਂ ਨਹੀਂ ਆਏ। ਮੋਦੀ ਦੇ ਅੱਛੇ ਦਿਨ ਆਏ ਆ, ਲੋਕਾਂ ਦੇ ਅੱਛੇ ਦਿਨ ਨਾ ਆਏ ਨਾ ਆਣੇ ਆ। ਇਹ ਤਾਂ ਹੋਰ ਡੁੱਬਦੇ ਜਾਣਗੇ। ਸਰਕਾਰਾਂ ਕੋਈ ਵੀ ਆਉਂਦੀਆਂ ਰਹਿਣ, ਗਰੀਬ ਨੇ ਗਰੀਬ ਹੀ ਰਹਿਣਾ ਆ, ਅਮੀਰ ਹੋ ਨਹੀਂ ਸਕਦਾ। ਰੱਜਵੀਂ ਰੋਟੀ ਵੀ ਖਾਣੀ ਔਖੀ ਹੋ ਗਈ ਹੈ। ਲਾਕਡਾਊਨ ਤੋਂ ਪਹਿਲਾਂ ਜੇ ਉਹਨੇ ਮੋਦੀ ਸਰਕਾਰ ਨੇ ਨੋਟਬੰਦੀ ਲਿਆਂਦੀ, GST ਲਿਆਂਦੀ, ਤੇ ਸਾਨੂੰ ਰਾਤੋਂ ਰਾਤ ਸਾਡੇ ਤੇ ਇੱਕ ਨਵਾਂ ਅਟੈਕ ਕੀਤਾ। ਕੱਲ੍ਹ ਸਰਕਾਰ ਨੇ ਇੱਕ ਨਵਾਂ ਬਿੱਲ ਹੋਰ ਪਾਸ ਕੀਤਾ ਕਿਸਾਨਾਂ ਦੇ ਲਈ। ਕਿਸਾਨਾਂ ਨੂੰ ਉੱਚਾ ਕਰਨ ਦੀ ਬਜਾਏ ਨੀਵਾਂ ਹੋਰ ਦੱਬਤਾ, ਤਾਂ ਕਿ ਇੱਕ ਅਮੀਰ ਨੂੰ, ਪੂੰਜੀਪਤੀ ਨੂੰ ਹੋਰ ਅਮੀਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਉਹ ਲੋਕ ਉੱਚੇ ਹੋਈ ਜਾਣ, ਗਰੀਬ ਹੋਰ ਦਬਦਾ ਜਾਵੇ ਬਿਲਕੁਲ, ਤਾਂ ਕਿ ਉਹ ਉੱਠ ਹੀ ਨਾ ਸਕੇ। ਤੇ ਗਰੀਬੀ ਨਹੀਂ ਖਤਮ ਕਰਨਾ ਚਾਹੁੰਦੇ, ਗਰੀਬ ਖਤਮ ਕਰਨਾ ਚਾਹੁੰਦੇ ਆ।
ਤੁਸੀਂ ਕੀ ਕਹਿਣਾ ਚਾਹੁੰਦੇ ਕਿ ਸਰਕਾਰ ਨੂੰ ਇੱਕ ਇਹੋ ਜਿਹੀ ਜਿਹੜੀ ਪਾਲਿਸੀ ਬਣਾਉਣੀ ਚਾਹੀਦੀ ਹੈ ਕਿ ਹਰੇਕ ਵਰਗ ਦਾ ਜਿਹੜਾ ਫਾਇਦਾ ਹੋ ਸਕੇ ਤੇ ਇਮੀਡੀਏਟਲੀ ਜਿਹੜੀ ਇਹੋ ਜਿਹੀ ਪਾਲਿਸੀ ਜਿਹੜੀ ਕਿ ਅਪਲਾਈ ਕਰਨੀ ਚਾਹੀਦੀ ਕਿ ਹਰ ਇੱਕ ਨੂੰ ਜਿਹੜਾ ਕਿ ਉਸ ਚੀਜ਼ ਦਾ ਫਾਇਦਾ ਹੋ ਸਕੇ? ਮੈਡਮ ਇੱਕ ਤਾਂ ਦੇਖੋ ਨਾ, ਇੱਕ ਜਗ੍ਹਾ GST ਲੱਗਦੀ ਹੈ, ਜਦੋਂ ਇੱਕ ਜਗ੍ਹਾ ਤੋਂ ਤੁਰਦੀ ਹੈ ਉਹ ਥੱਲੇ ਹੌਲੀ ਹੌਲੀ 10 ਜਗ੍ਹਾ ਪਹੁੰਚਦੀ ਉਹ। ਹਰ ਬੰਦਾ ਦੁਕਾਨਦਾਰ GST ਲਾ ਕੇ ਉਹਨੂੰ ਜਦੋਂ ਕਸਟਮਰ ਤੋਂ ਪਹੁੰਚਦੀ ਤਾਂ ਰੁਪਈਏ ਦਾ ਸਮਾਨ 1.5 ਰੁਪਏ ਦਾ ਹੋ ਜਾਂਦਾ ਉਹ। ਇੱਕ ਜਗ੍ਹਾ GST ਲੱਗ ਜਾਵੇ ਤਾਂ ਕਿ ਬਾਰ-ਬਾਰ GST ਦਾ ਰੌਲਾ ਖਤਮ ਹੋ ਜਾਵੇ, ਜਦ ਕਿ ਦੂਜੀਆਂ ਕੰਟਰੀਆਂ ਦੇ ਵਿੱਚ ਇਹੀ ਕੁਝ ਹੈਗਾ। GST ਲੱਗੀ, ਇੱਕ ਜਗ੍ਹਾ ਲੱਗ ਗਈ, ਹਰ ਬੰਦੇ ਨੂੰ ਇੱਕੋ ਰੇਟ ਸੌਦਾ ਮਿਲ ਰਿਹਾ, ਕੋਈ ਕਿਸੇ ਰੇਟ ਲੈ ਕੇ ਆ ਰਿਹਾ, ਕੋਈ ਕਿਸੇ ਰੇਟ ਲੈ ਕੇ ਆ ਰਿਹਾ। ਇੱਥੇ ਆ ਕੇ ਲੋਕਾਂ ਦੇ ਨਾਲ ਕੀ ਹੁੰਦਾ, ਕੋਈ ਜਿਹੜਾ ਬਿੱਲ ਨਹੀਂ ਕਟਾ ਕੇ ਲੈਂਦਾ ਉਹ ਬਿਨਾਂ ਬਿੱਲ ਤੋਂ ਵੇਚੀ ਜਾਂਦਾ ਮਾਲ, ਕੋਈ ਬਿੱਲ ਕਟਾ ਕੇ ਲੈਂਦਾ ਉਹ ਪਰੇਸ਼ਾਨ ਹੋ ਰਿਹਾ। ਸਰਕਾਰ ਨੂੰ ਚਾਹੀਦਾ ਕਿ ਉਹਨੂੰ ਪਾਲਿਸੀਆਂ ਨੂੰ ਥੋੜ੍ਹਾ ਜਿਹਾ ਢੰਗ ਨਾਲ ਬਣਾਇਆ ਜਾਵੇ। ਸੋ ਅਸੀਂ ਸੰਕਟ ਕਾਲ ਦੇ ਦੌਰਾਨ ਜਿਹੜਾ ਕਿ ਵਪਾਰੀਆਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੂੰ ਜਿਹੜਾ ਕਿ ਕਿੰਨਾ ਕੁ ਜਿਹੜਾ ਕਿ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਉਹਨਾਂ ਨੂੰ ਜਿਹੜਾ ਕਿ ਕਾਫੀ ਜਿਹੜਾ ਕਿ ਪਰੇਸ਼ਾਨੀ ਆਈ ਕਰੋਨਾ ਕਾਲ ਦੇ ਸਮੇਂ। ਸੋ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਾਹੌਲ ਕਦੋਂ ਤੱਕ ਸਹੀ ਹੋਊਗਾ ਤੇ ਲੋਕ ਜਿਹੜੇ ਕਿ ਆਪਣੀ ਰਾਹਤ ਭਰੀ ਜਿਹੜੀ ਜ਼ਿੰਦਗੀ ਬਤੀਤ ਕਰ ਸਕਣਗੇ। ਹੋਰ ਅਪਡੇਟਸ ਜਾਣਨ ਦੇ ਲਈ ਦੇਖਦੇ ਰਹੋ ਸਾਂਝ ਟੀਵੀ। ਧੰਨਵਾਦ। ਤੁਹਾਡੇ ਸ਼ਹਿਰ ਫਗਵਾੜਾ ਦਾ ਬੈਸਟ ਡੀਲ ਵਿਚ ਵਰਡ ਇਲੈਕਟ੍ਰੋਨਿਕ ਸਟੋਰ, ਜਿੱਥੋਂ ਤੁਸੀਂ ਇੱਕੋ ਛੱਤ ਹੇਠੋਂ ਖਰੀਦ ਸਕਦੇ ਹੋ, ਜਿਵੇਂ ਮੋਬਾਈਲ, ਲੈਪਟਾਪ, ਕੰਪਿਊਟਰ, ਗੀਜ਼ਰ, LED, ਰੈਫਰੀਜਰੇਟਰ, AC, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ ਤੇ CCTV ਕੈਮਰਾਸ। ਇੱਥੋਂ ਤੁਸੀਂ ਸੈਮਸੰਗ, ਐਪਲ, MI, ਰੀਅਲਮੀ, ਵੀਵੋ ਤੇ ਓਪੋ ਕੰਪਨੀ ਦੇ ਮੋਬਾਈਲ ਤੇ ਨਾਲ ਹੀ ਏਸਰ, ਡੈਲ, HP, ਲੈਨੋਵੋ ਤੇ ਐਪਲ ਕੰਪਨੀ ਦੇ ਲੈਪਟਾਪ ਲੈ ਸਕਦੇ ਹੋ। ਵਿਚ ਵਰਡ ਵਿਖੇ MRP ਤੋਂ ਵੀ ਘੱਟ ਰੇਟ ਤੇ ਸਮਾਨ ਵੇਚਿਆ ਜਾਂਦਾ ਹੈ, ਤਾਂ ਫਿਰ ਦੇਰ ਕਿਉਂ? ਅੱਜ ਹੀ ਆਪਣਾ ਆਧਾਰ ਕਾਰਡ ਲਿਆਓ ਤੇ ਆਸਾਨ ਕਿਸ਼ਤਾਂ ਤੇ ਕੋਈ ਵੀ ਸਮਾਨ ਲੈ ਜਾਓ। पता नोट करो, विच वर्ड, सराय रोड, फगवाड़ा। फोन नंबर 94 469 99 899, 95 928 99 900।